ਵੈਲਕਮ ਸਟੂਡੈਂਟਸ। ਮੈਂ ਸੀਮਾ ਵਰਮਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰਈਆ ਤੋਂ ਤੁਹਾਡਾ ਇੱਕ ਵਾਰੀ ਫਿਰ ਸਵਾਗਤ ਕਰਦੀ ਹਾਂ। ਬੇਟਾ, ਮੈਂ ਤੁਹਾਨੂੰ ਸਭ ਤੋਂ ਪਹਿਲਾਂ ਸੰਵਿਧਾਨ ਦੇ ਵਿਸ਼ੇਸ਼ਤਾਵਾਂ ਕਾਫੀ ਵਿਸਤ੍ਰਿਤ ਰੂਪ 'ਤੇ ਕਰਾਇਆ ਸੀ। ਉਸ ਤੋਂ ਬਾਅਦ ਮੈਂ ਤੁਹਾਨੂੰ ਮੌਲਿਕ ਅਧਿਕਾਰਾਂ ਦੀ ਜਾਣਕਾਰੀ ਦਿੱਤੀ। ਸੰਵਿਧਾਨ 'ਚ ਜਿਹੜੇ ਸਾਨੂੰ ਅਧਿਕਾਰ ਮਿਲੇ ਨੇ ਉਹਨਾਂ ਮੌਲਿਕ ਅਧਿਕਾਰਾਂ ਦੀ ਮੈਂ ਤੁਹਾਨੂੰ ਪੂਰੀ ਵਿਆਖਿਆ ਕਰਕੇ ਸਮਝਾਇਆ, ਕਲੀਅਰ ਕੀਤਾ। ਉਸ ਤੋਂ ਬਾਅਦ ਅੱਜ ਅਸੀਂ ਕਰਨ ਜਾ ਰਹੇ ਹਾਂ ਸੰਵਿਧਾਨ ਦੇ ਵਿੱਚ ਭਾਰਤੀ ਨਾਗਰਿਕਾਂ ਦੇ ਕਰਤੱਵ ਕੀ ਹਨ। ਸੰਵਿਧਾਨ ਦੁਆਰਾ ਦਿੱਤੇ ਗਏ ਮੌਲਿਕ ਅਧਿਕਾਰਾਂ ਬਾਰੇ ਕੁਝ ਲੋਕਾਂ ਦਾ ਵਿਚਾਰ ਹੈ ਕਿ ਇਹਨਾਂ ਅਧਿਕਾਰਾਂ 'ਤੇ ਸਰਕਾਰ ਨੂੰ ਜੋ ਬੰਦਸ਼ਾਂ ਲਗਾਉਣ ਦਾ ਅਧਿਕਾਰ ਸੌਂਪਿਆ ਹੈ ਉਸ ਨਾਲ ਇਹਨਾਂ ਦਾ ਮਹੱਤਵ ਘੱਟ ਹੋ ਗਿਆ ਹੈ। ਫੰਡਾਮੈਂਟਲ ਡਿਊਟੀਜ਼ ਆਫ ਇੰਡੀਅਨ ਸਿਟੀਜ਼ਨਸ, ਅਧਿਕਾਰ ਅਤੇ ਕਰਤੱਵ ਇੱਕ ਹੀ ਸਿੱਕੇ ਦੇ ਦੋ ਪਾਸੇ ਹੁੰਦੇ ਹਨ। ਅਧਿਕਾਰ ਅਤੇ ਕਰਤੱਵ ਨਾਲ ਨਾਲ ਚੱਲਦੇ ਹਨ। ਅਧਿਕਾਰਾਂ ਦੀ ਹੋਂਦ ਲਈ ਕਰਤੱਵ ਜ਼ਰੂਰੀ ਹਨ। ਦੂਜੇ ਸ਼ਬਦਾਂ ਵਿੱਚ ਕਰਤੱਵਾਂ ਤੋਂ ਬਿਨਾਂ ਅਧਿਕਾਰ ਹੋਂਦ ਵਿੱਚ ਨਹੀਂ ਰਹਿ ਸਕਦੇ। ਇਸ ਲਈ ਬਹੁਤ ਸਾਰੇ ਦੇਸ਼ਾਂ ਨੇ ਆਪਣੇ ਨਾਗਰਿਕਾਂ ਦੇ ਅਧਿਕਾਰਾਂ ਨਾਲ ਸੰਵਿਧਾਨ ਵਿੱਚ ਉਹਨਾਂ ਦੇ ਮੂਲ ਕਰਤੱਵ ਵੀ ਅੰਕਿਤ ਕੀਤੇ ਹੋਏ ਹਨ। ਹਾਂਜੀ ਬੇਟਾ, ਅਧਿਕਾਰ ਅਤੇ ਜਿਹੜੇ ਕਰਤੱਵ ਨੇ ਉਹ ਇੱਕੋ ਸਿੱਕੇ ਦੇ ਦੋ ਪਹਿਲੂ ਹਨ। ਇੰਝ ਤਾਂ ਨਹੀਂ ਹੋ ਸਕਦਾ ਨਾ ਕਿ ਕਿਸੇ ਇੱਕ ਵਿਅਕਤੀ ਨੂੰ ਕਾਫੀ ਸਾਰੇ ਅਧਿਕਾਰ ਦੇ ਦਿੱਤੇ ਜਾਣ, ਬਈ ਉਹ ਤੇਰੇ ਕੋਲ ਇਹ ਵੀ ਪਾਵਰ ਹੈ, ਤੂੰ ਇਹ ਵੀ ਕਰ ਸਕਦਾ ਹੈ, ਜਾਂ ਇੱਕ ਵਿਅਕਤੀ ਨੂੰ ਬਹੁਤ ਸਾਰੀ ਸ਼ਕਤੀਆਂ ਦੇ ਦਿੱਤੀਆਂ ਜਾਣ ਪਰ ਉਸ ਦਾ ਕੋਈ ਕਰਤੱਵ ਨਾ ਹੋਵੇ, ਉਸ ਦਾ ਕੋਈ ਫਰਜ਼ ਨਾ ਹੋਵੇ। ਜਿਵੇਂ ਇੱਕ ਰਾਜਾ ਹੈ, ਉਹ ਆਪਣੇ ਰਾਜ ਦਾ ਸ਼ਾਸਨ ਚਲਾ ਰਿਹਾ ਹੈ। ਰਾਜੇ ਕੋਲ ਬਹੁਤ ਸਾਰੀ ਸ਼ਕਤੀਆਂ ਨੇ, ਉਹ ਸਾਰੀ ਸ਼ਕਤੀਆਂ ਦਾ, ਉਹ ਸਾਰੇ ਅਧਿਕਾਰਾਂ ਦਾ ਪ੍ਰਯੋਗ ਕਰਦਾ ਹੈ, ਪਰ ਉਹ ਆਪਣੀ ਪ੍ਰਜਾ ਦੇ ਪ੍ਰਤੀ, ਆਪਣੀ ਜਨਤਾ ਦੇ ਪ੍ਰਤੀ ਕੋਈ ਕਰਤੱਵ ਨਹੀਂ ਨਿਭਾਉਂਦਾ। ਅਤੇ ਕੀ ਇਹ ਸਹੀ ਗੱਲ ਹੈ? ਨਹੀਂ। ਜੇ ਕਿਸੇ ਵਿਅਕਤੀ ਨੂੰ ਕੁਝ ਅਧਿਕਾਰਾਂ ਦੀ ਵਰਤੋਂ ਕਰਨ ਦੀ ਸ਼ਕਤੀ ਮਿਲਦੀ ਹੈ, ਕੁਝ ਅਧਿਕਾਰ ਮਿਲਦੇ ਹਨ, ਅਤੇ ਉਸ ਅਧਿਕਾਰਾਂ ਦੇ ਨਾਲ ਹੀ ਉਸ ਵਿਅਕਤੀ ਨੂੰ ਕੁਝ ਕਰਤੱਵਾਂ ਦਾ ਪਾਲਣਾ ਵੀ ਕਰਨਾ ਪੈਂਦਾ ਹੈ। ਅਧਿਕਾਰ ਅਤੇ ਕਰਤੱਵ ਇੱਕ ਸਿੱਕੇ ਦੇ ਦੋ ਪਹਿਲੂ ਹਨ। ਜੇ ਸਾਡੇ ਸੰਵਿਧਾਨ ਦੇ ਵਿੱਚ ਸਾਨੂੰ ਕੁਝ ਮੌਲਿਕ ਅਧਿਕਾਰ ਪ੍ਰਾਪਤ ਹਨ ਜਿਸ ਦੇ ਨਾਲ ਅਸੀਂ ਗਰਵ ਨਾਲ ਆਪਣੇ ਦੇਸ਼ ਦੇ ਵਿੱਚ ਜ਼ਿੰਦਗੀ ਗੁਜ਼ਾਰ ਸਕਦੇ ਹਾਂ, ਅਤੇ ਉਸ ਦੇ ਨਾਲ ਨਾਲ ਹੀ ਆਪਣੀ ਦੇਸ਼ ਦੀ ਏਕਤਾ, ਅਖੰਡਤਾ ਅਤੇ ਪ੍ਰਭੂਸੱਤਾ ਨੂੰ ਬਣਾਏ ਰੱਖਣ ਲਈ ਸਾਡੇ ਕੁਝ ਕਰਤੱਵ ਵੀ ਹਨ ਸੰਵਿਧਾਨ ਦੇ ਵਿੱਚ, ਜਿਸ ਦੀ ਪਾਲਣਾ ਕਰਨਾ ਵੀ ਸਾਡਾ ਸਭ ਤੋਂ ਵੱਡਾ ਫਰਜ਼ ਹੈ। ਅਤੇ ਇਹਨਾਂ ਕਰਤੱਵਾਂ ਦਾ ਵਰਣਨ ਇਸ ਤਰ੍ਹਾਂ ਹੈ। ਜਦੋਂ ਸਾਡੇ ਦੇਸ਼ ਦਾ ਸੰਵਿਧਾਨ ਬਣਿਆ ਉਸ ਵੇਲੇ ਸਾਡੇ ਦੇਸ਼ ਦੇ ਸੰਵਿਧਾਨ ਦੇ ਵਿੱਚ ਕਰਤੱਵਾਂ ਦਾ ਕੋਈ ਵਰਣਨ ਨਹੀਂ ਕੀਤਾ ਗਿਆ ਸੀ। ਪਰ 1976 ਵਿੱਚ ਜਦੋਂ 42ਵੀਂ ਵਾਰੀ 42nd ਟਾਈਮ ਜਦੋਂ ਸਾਡੇ ਦੇਸ਼ ਦੇ ਵਿੱਚ ਤਬਦੀਲੀ ਕੀਤੀ ਗਈ, ਉਦੋਂ ਇੱਕ ਨਵਾਂ ਭਾਗ 4A ਜੋੜਿਆ ਗਿਆ, ਜਿਸ ਵਿੱਚ ਨਾਗਰਿਕ ਦੇ 10 ਤਰ੍ਹਾਂ ਦੇ ਫਰਜ਼, 10 ਤਰ੍ਹਾਂ ਦੇ ਕਰਤੱਵ ਦਾ ਵਰਣਨ ਕੀਤਾ ਗਿਆ। ਉਹ ਕਿਹੜੇ ਕਿਹੜੇ ਕਰਤੱਵ ਹੈ? ਉਹ ਬੇਟਾ ਇਸ ਪ੍ਰਕਾਰ ਹਨ। ਪਹਿਲੇ ਨੰਬਰ 'ਤੇ ਸੰਵਿਧਾਨ ਦੀ ਪਾਲਣਾ। ਦੇਖੋ, ਸੰਵਿਧਾਨ ਸਾਡੇ ਦੇਸ਼ ਦੀ ਇੱਕ ਲਿਖਤੀ ਰੂਪ ਵਿੱਚ ਕਾਨੂੰਨੀ ਦਸਤਾਵੇਜ਼ ਹੈ, ਜਿਸ ਦੇ ਅਨੁਸਾਰ ਪੂਰਾ ਦੇਸ਼ ਚੱਲਦਾ ਹੈ, ਜਿਸ ਦੇ ਅਨੁਸਾਰ ਸਾਡੇ ਦੇਸ਼ ਦੀ ਪੂਰੀ ਕਾਨੂੰਨ ਵਿਵਸਥਾ ਚੱਲਦੀ ਹੈ, ਸਾਡੇ ਦੇਸ਼ ਦੀ ਪੂਰੀ ਸ਼ਾਸਨ ਵਿਵਸਥਾ ਚੱਲਦੀ ਹੈ। ਅਤੇ ਉਸ ਸੰਵਿਧਾਨ ਦਾ ਸਨਮਾਨ ਕਰਨਾ ਸਾਡਾ ਸਭ ਤੋਂ ਪਹਿਲਾ ਕਰਤੱਵ ਹੈ। ਸੰਵਿਧਾਨ ਦੀ ਪਾਲਣਾ ਕਰਨਾ ਸਾਡਾ ਪਹਿਲਾ ਕਰਤੱਵ ਹੈ। ਇਸ ਦੇ ਆਦਰਸ਼ਾਂ, ਸੰਸਥਾਵਾਂ, ਰਾਸ਼ਟਰੀ ਝੰਡੇ ਅਤੇ ਰਾਸ਼ਟਰੀ ਗੀਤ ਦਾ ਸਨਮਾਨ ਕਰਨਾ ਸਾਡਾ ਸਭ ਤੋਂ ਪਹਿਲਾ ਕਰਤੱਵ ਹੈ। ਇੱਕ ਦੇਸ਼ ਦਾ ਚੰਗਾ ਨਾਗਰਿਕ ਹੋਣ ਦੇ ਨਾਤੇ, ਸਜਗ ਨਾਗਰਿਕ ਹੋਣ ਦੇ ਨਾਤੇ ਸਾਨੂੰ ਆਪਣੇ ਦੇਸ਼ ਦੇ, ਸਾਡਾ ਇਹ ਕਰਤੱਵ ਬਣਦਾ ਹੈ ਕਿ ਅਸੀਂ ਆਪਣੇ ਦੇਸ਼ ਦੇ ਸੰਵਿਧਾਨ ਦੀ ਪਾਲਣਾ ਕਰੀਏ, ਆਪਣੇ ਦੇਸ਼ ਦੇ ਰਾਸ਼ਟਰੀ ਚਿੰਨ੍ਹਾਂ ਦਾ ਸਨਮਾਨ ਕਰੀਏ, ਚਾਹੇ ਉਹ ਰਾਸ਼ਟਰੀ ਝੰਡਾ ਹੈ, ਰਾਸ਼ਟਰੀ ਗੀਤ ਹੈ, ਜਾਂ ਹੋਰ ਰਾਸ਼ਟਰੀ ਕੋਈ ਚਿੰਨ੍ਹ ਜਾਂ ਸੰਸਥਾ ਹੈ। ਇਹਨਾਂ ਸਭ ਦਾ ਸਨਮਾਨ ਕਰਨਾ ਸਾਡਾ ਪਹਿਲਾ ਕਰਤੱਵ ਹੈ। ਨੰਬਰ 2, ਆਜ਼ਾਦੀ ਲਈ ਕੀਤੇ ਗਏ ਰਾਸ਼ਟਰੀ ਸੰਘਰਸ਼ ਨੂੰ
ਉਤਸ਼ਾਹਿਤ ਕਰਨ ਵਾਲੇ ਆਦਰਸ਼ਾਂ ਦਾ ਸਨਮਾਨ ਅਤੇ ਪਾਲਣਾ ਕਰਨਾ। ਨੰਬਰ 3, ਭਾਰਤ ਦੀ ਪ੍ਰਭੂਸੱਤਾ, ਏਕਤਾ ਅਤੇ ਅਖੰਡਤਾ ਦਾ ਸਮਰਥਨ ਅਤੇ ਰੱਖਿਆ ਕਰਨੀ। ਸਾਨੂੰ ਕੋਈ ਇਹੋ ਜਿਹਾ ਕੰਮ ਨਹੀਂ ਕਰਨਾ ਜਾਂ ਕੋਈ ਇਹੋ ਜਿਹਾ ਕਾਰਵਾਈ ਨਹੀਂ ਕਰਨੀ ਚਾਹੀਦੀ ਦੇਸ਼ ਦੇ ਵਿੱਚ ਜਿਸ ਦੇ ਨਾਲ ਸਾਡੇ ਦੇਸ਼ ਦੀ ਏਕਤਾ ਨੂੰ ਖਤਰਾ ਪੈਦਾ ਹੋ ਸਕੇ। ਸਾਨੂੰ ਆਪਣੇ ਦੇਸ਼ ਦੀ ਏਕਤਾ ਅਤੇ ਅਖੰਡਤਾ ਦਾ ਸਨਮਾਨ ਕਰਨਾ ਚਾਹੀਦਾ ਹੈ ਅਤੇ ਰੱਖਿਆ ਕਰਨੀ ਚਾਹੀਦੀ ਹੈ। ਦੇਸ਼ ਦੀ ਰੱਖਿਆ ਅਤੇ ਪੁਕਾਰ ਅਤੇ ਰਾਸ਼ਟਰੀ ਸੇਵਾ ਕਰਨੀ। ਜਿਸ ਸਮੇਂ ਦੇਸ਼ ਨੂੰ ਭਾਰਤ ਦੇ ਨਾਗਰਿਕਾਂ ਦੀ ਸਹਾਇਤਾ ਦੀ ਜ਼ਰੂਰਤ ਪਵੇ, ਉਸ ਮੌਕੇ 'ਤੇ ਭਾਰਤ ਦੇ ਨਾਗਰਿਕਾਂ ਦੁਆਰਾ ਦੇਸ਼ ਦੀ ਰੱਖਿਆ ਅਤੇ ਰਾਸ਼ਟਰੀ ਸੇਵਾ ਕੀਤੀ ਜਾਵੇ। ਇਹ ਵੀ ਸਾਡਾ ਕਰਤੱਵ ਹੈ। ਇਹ ਪੁਆਇੰਟ ਸਾਡੇ ਦੇਸ਼ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਜ਼ਿਆਦਾ ਲਾਗੂ ਹੋ ਰਿਹਾ। ਜਦੋਂ ਕਰੋਨਾ ਕਾਲ ਚੱਲ ਰਿਹਾ ਹੈ, ਕਰੋਨਾ ਦੇ ਕਰਕੇ ਕਈ ਗਰੀਬ ਜਿਹੜੇ ਨੇ ਕੰਮ ਨਹੀਂ ਕਰ ਪਾ ਰਹੇ, ਜਾਂ ਗਰੀਬਾਂ ਦਾ ਰੁਜ਼ਗਾਰ ਛੁੱਟ ਗਿਆ। ਇਹੋ ਜਿਹੀ ਸਿਚੁਏਸ਼ਨ 'ਚ ਸਾਨੂੰ ਇਹ ਸਾਡਾ ਕਰਤੱਵ ਜਿਹੜਾ ਜ਼ਿਆਦਾ ਮਾਇਨੇ ਰੱਖਦਾ ਹੈ। ਸਾਨੂੰ ਇਹੋ ਜਿਹੀ ਸਿਚੁਏਸ਼ਨ 'ਚ ਆਪਣੇ ਦੇਸ਼ ਦੀ ਰਾਸ਼ਟਰੀ ਸੇਵਾ ਕਰਨੀ ਚਾਹੀਦੀ ਹੈ। ਉਹਨਾਂ ਗਰੀਬਾਂ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਜਿਹੜੀ ਕਰੋਨਾ ਨਾਲ ਇਸ ਵੇਲੇ ਪੀੜਿਤ ਹਨ। ਇਹ ਜਿਹੜਾ ਪੁਆਇੰਟ ਹੈ, ਦੇਸ਼ ਦੀ ਰੱਖਿਆ ਅਤੇ ਪੁਕਾਰ ਅਤੇ ਰਾਸ਼ਟਰੀ ਸੇਵਾ ਕਰਨੀ, ਇਹੋ ਜਿਹੇ ਮੌਕਿਆਂ ਲਈ ਬਿਲਕੁਲ ਢੁਕਵਾਂ ਹੈ ਜਦੋਂ ਸਾਡੇ ਦੇਸ਼ ਨੂੰ ਰਾਸ਼ਟਰੀ ਸੇਵਾ ਦੀ ਲੋੜ ਹੈ। ਜਿਵੇਂ ਕਿ ਹੁਣ ਕਰੋਨਾ ਕਾਲ ਦੇ ਵਿੱਚ ਸਾਡੇ ਦੇਸ਼ ਵਿੱਚ ਇਹੋ ਜਿਹੀ ਸਿਚੁਏਸ਼ਨ ਚੱਲ ਰਹੀ ਹੈ, ਇਹੋ ਜਿਹੀ ਸਥਿਤੀ ਚੱਲ ਰਹੀ ਹੈ ਕਿ ਕੁਝ ਗਰੀਬਾਂ ਲੋਕਾਂ ਨੂੰ ਸਾਡੀ ਜ਼ਿਆਦਾ ਜ਼ਰੂਰਤ ਹੈ, ਸਾਡੀ ਮਦਦ ਦੀ ਜ਼ਰੂਰਤ ਹੈ ਅਤੇ ਸਾਨੂੰ ਉਸ ਤਰ੍ਹਾਂ ਮਦਦ ਕਰਕੇ ਆਪਣੇ ਦੇਸ਼ ਦੀ ਰਾਸ਼ਟਰੀ ਸੇਵਾ ਕਰਨੀ ਚਾਹੀਦੀ ਹੈ। ਨੰਬਰ 5, ਧਾਰਮਿਕ ਭਾਸ਼ਾਈ ਖੇਤਰ ਜਾਂ ਵਰਗੀ ਭਿੰਨਤਾਵਾਂ ਤੋਂ ਉੱਤੇ ਉੱਠ ਕੇ ਭਾਰਤ ਦੇ ਸਾਰੇ ਲੋਕਾਂ ਵਿੱਚ ਮੇਲ ਮਿਲਾਪ, ਸਾਂਝੇ ਭਾਈਚਾਰੇ ਦੀ ਭਾਵਨਾ ਵਿਕਸਿਤ ਕਰਨਾ। ਮਤਲਬ ਅਸੀਂ ਕਿਸੇ ਦੇ ਨਾਲ ਵੀ ਧਰਮ, ਜਾਤ, ਵੰਸ਼ ਜਾਂ ਭਾਸ਼ਾ ਦੇ ਨਾਲ ਵਿਤਕਰਾ ਨਾ ਕਰਦੇ ਹੋਏ ਸਭ ਨਾਲ ਮਿਲ ਜੁਲ ਕੇ ਰਹੀਏ। ਇਹ ਵੀ ਸਾਡਾ ਇੱਕ ਮੁੱਖ ਕਰਤੱਵ ਹੈ। ਸਾਂਝੇ ਸੱਭਿਆਚਾਰ ਦੇ ਸ਼ਾਨਦਾਰ ਵਿਰਸੇ ਦਾ ਆਦਰ ਕਰਨਾ ਅਤੇ ਇਸ ਨੂੰ ਕਾਇਮ ਰੱਖਣਾ। ਦੇਖੋ, ਸਾਡਾ ਦੇਸ਼ ਜਿਹੜਾ ਹੈ ਕਈ ਧਰਮਾਂ, ਬਹੁ ਭਾਸ਼ਾਈ, ਬਹੁ ਧਰਮੀ ਦੇਸ਼ ਹੈ। ਇਸ 'ਚ ਕਈ ਧਰਮਾਂ ਦੇ ਲੋਕ ਰਹਿੰਦੇ ਨੇ, ਕਈ ਭਾਸ਼ਾਵਾਂ ਦੇ, ਕਈ ਸੱਭਿਆਚਾਰਾਂ ਦੇ ਨਾਲ ਸੰਬੰਧਿਤ ਲੋਕ ਰਹਿੰਦੇ ਨੇ ਅਤੇ ਸਾਡਾ ਫਰਜ਼ ਬਣਦਾ ਹੈ, ਸਾਡਾ ਕਰਤੱਵ ਬਣਦਾ ਹੈ ਕਿ ਆਪਣੇ ਸਾਂਝੇ ਸੱਭਿਆਚਾਰ ਨੂੰ ਅਸੀਂ ਜ਼ਿੰਦਾ ਰੱਖੀਏ ਅਤੇ ਉਸ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਂਦੇ ਰਹੀਏ, ਉਸ ਦਾ ਆਦਰ ਕਰੀਏ। ਸਾਡੇ ਦੇਸ਼ ਦੀ ਜਿਹੜੀ ਸੰਪੱਤੀ ਹੈ, ਜਿਹੜੀ ਕੁਦਰਤੀ ਸੰਪੱਤੀ ਹੈ, ਜਿਵੇਂ ਜੰਗਲਾਂ, ਝੀਲਾਂ, ਨਦੀਆਂ, ਜੰਗਲੀ ਜੀਵਨ ਜਾਂ ਕੁਦਰਤੀ ਵਾਤਾਵਰਨ, ਉਸ ਦੀ ਰੱਖਿਆ ਕਰੀਏ। ਜੀਵ ਜੰਤੂ ਦੇ ਪ੍ਰਤੀ ਆਪਾਂ ਦਇਆ ਦਿਖਾਈਏ, ਉਹਨਾਂ ਦੀ ਰੱਖਿਆ ਕਰੀਏ। ਵਿਗਿਆਨਿਕ ਸਭਾ, ਮਾਨਵਤਾਵਾਦ, ਜਾਂਚ ਕਰਨ ਅਤੇ ਸੁਧਾਰ ਕਰਨ ਦੀ ਭਾਵਨਾ ਦਾ ਵਿਕਾਸ ਕਰੀਏ। ਜਨਤਕ ਸੰਪੱਤੀ ਦੀ ਰੱਖਿਆ ਕਰਨਾ ਅਤੇ ਹਿੰਸਾ ਦਾ ਤਿਆਗ ਕਰੀਏ। ਜੇ ਮਾਤਾ ਪਿਤਾ ਜਾਂ ਸਰਪ੍ਰਸਤ ਹੈ, 6 ਸਾਲ ਤੋਂ 14 ਸਾਲ ਤੱਕ ਦੀ ਉਮਰ ਵਾਲੇ ਆਪਣੇ ਇਹੋ ਜਿਹੀ ਵੀ ਸਥਿਤੀ ਹੋਵੇ, ਬਾਲਕ ਜਾਂ ਪ੍ਰਤੀਪਾਲਕ ਨੂੰ ਸਿੱਖਿਆ ਦੇ ਮੌਕੇ ਪ੍ਰਦਾਨ ਕਰੀਏ। ਅਤੇ ਇਹ ਕੁਝ ਸਾਡੇ ਇਹੋ ਜਿਹੇ ਕਰਤੱਵ ਹਨ, ਜੇ ਅਸੀਂ ਆਪਣੇ ਦੇਸ਼ ਦੇ ਪ੍ਰਤੀ ਨਿਭਾਈਏ ਤਾਂ ਸਾਡਾ ਦੇਸ਼ ਵੀ ਖੂਬ ਤਰੱਕੀ ਕਰ ਸਕਦਾ ਹੈ। ਇਹਨਾਂ ਕਰਤੱਵਾਂ ਦੇ ਪਿੱਛੇ ਕੋਈ ਕਾਨੂੰਨੀ ਸ਼ਕਤੀ ਨਹੀਂ ਹੈ, ਪਰ ਨੈਤਿਕ ਸ਼ਕਤੀ ਹੈ। ਇਹਨਾਂ ਦਾ ਮੂਲ ਆਧਾਰ ਹੈ। ਕਰਤੱਵਾਂ ਦੇ ਖੇਤਰ ਵਿੱਚ ਨੈਤਿਕ ਸ਼ਕਤੀ ਵਧੇਰੇ ਪ੍ਰਭਾਵਸ਼ਾਲੀ ਸਿੱਧ ਹੁੰਦੀ ਹੈ। ਕਰਤੱਵਾਂ ਦੀ ਪਾਲਣਾ ਵਿਅਕਤੀ ਦੇ ਸੰਸਕਾਰਾਂ, ਉਸ ਦੀ ਜ਼ਿੰਮੇਵਾਰੀ ਦੀ ਭਾਵਨਾ ਅਤੇ ਆਤਮਾ 'ਤੇ ਨਿਰਭਰ ਕਰਦੀ ਹੈ। ਬੇਟੇ, ਇਸ ਦਾ ਮਤਲਬ ਹੈ ਕਿ ਦੇਖੋ, ਜਿਵੇਂ ਸਾਡੇ ਮੌਲਿਕ ਅਧਿਕਾਰ ਹਨ, ਜੇ ਸਾਡੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਹੁੰਦੀ ਹੈ ਤਾਂ ਆਪਾਂ ਕਾਨੂੰਨ ਦਾ ਦਰਵਾਜ਼ਾ ਖਟਖਟਾ ਸਕਦੇ ਹਾਂ ਵੀ ਸਾਨੂੰ ਸਾਡੇ ਅਧਿਕਾਰ ਦੀ ਵਰਤੋਂ ਕਰਨ ਨੂੰ ਨਹੀਂ ਮਿਲਦੀ ਪਈ। ਅਸੀਂ ਕਾਨੂੰਨ ਦਾ ਸਹਾਰਾ ਲੈ ਕੇ ਅਸੀਂ ਆਪਣੇ ਅਧਿਕਾਰ ਨੂੰ ਪ੍ਰਾਪਤ ਕਰ ਸਕਦੇ ਹਾਂ। ਲੇਕਿਨ ਉਸ ਦੇ ਨਾਲ ਜਿਹੜੇ ਸਾਡੇ ਕਰਤੱਵ ਹੈ, ਜੇ ਅਸੀਂ ਆਪਣੇ ਕਰਤੱਵ ਦੀ ਪਾਲਣਾ ਨਹੀਂ ਕਰਦੇ ਤਾਂ ਸਾਨੂੰ ਕਿਸੇ ਨੇ ਕੁਝ ਆਖਣਾ ਨਹੀਂ ਹੈ। ਇਹ ਇੱਕ ਨੈਤਿਕ ਸ਼ਕਤੀ ਹੈ, ਇਹ ਇੱਕ ਨੈਤਿਕ ਮੁੱਲ ਹੈ ਜਿਹੜੇ ਸਾਡੇ ਅੰਦਰ ਹੋਣੇ ਚਾਹੀਦੇ ਆ ਕਿ ਜੇ ਸਾਡੇ ਦੇਸ਼ ਦਾ ਸੰਵਿਧਾਨ, ਜੇ ਸਾਡਾ ਦੇਸ਼ ਸਾਨੂੰ ਕੁਝ ਅਧਿਕਾਰ ਦੇ ਰਿਹਾ ਹੈ ਅਤੇ ਆਪਣੇ ਕਰਤੱਵ ਦੀ ਪਾਲਣਾ ਕਰਨਾ ਵੀ ਸਾਡਾ ਫਰਜ਼ ਹੈ। ਸਾਡੇ ਜਿਹੜੇ ਦੇਸ਼ ਦੇ ਪ੍ਰਤੀ ਫਰਜ਼ ਨੇ ਉਹ ਵੀ ਸਾਨੂੰ ਆਰਾਮ ਨਾਲ ਨਿਭਾਉਣੇ ਚਾਹੀਦੇ ਹਨ, ਕਿਉਂਕਿ ਇਸ ਦੇ ਪਿੱਛੇ ਕਿਸੇ ਵੀ ਤਰ੍ਹਾਂ ਨਾਲ ਕਾਨੂੰਨੀ ਤੌਰ 'ਤੇ ਚੈਲੰਜ ਨਹੀਂ ਕੀਤਾ ਜਾ ਸਕਦਾ। ਕਾਨੂੰਨੀ ਸ਼ਕਤੀ ਨਹੀਂ ਹੈ, ਪਰ ਅਸੀਂ ਨੈਤਿਕ ਸ਼ਕਤੀ ਨੂੰ ਮੁੱਖ ਰੱਖਦੇ ਹੋਏ, ਅਸੀਂ ਆਪਣੀ ਅੰਤਰ-ਆਤਮਾ ਨੂੰ ਮੰਨਦੇ ਹੋਏ, ਅਸੀਂ ਆਪਣੇ ਜ਼ਮੀਰ ਦੀ ਆਵਾਜ਼ ਨੂੰ ਸਹੀ ਸੁਣਦੇ ਹੋਏ ਸਾਨੂੰ ਆਪਣੇ ਕਰਤੱਵਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਉਸ ਤੋਂ ਬਾਅਦ ਸਾਡੇ ਸੰਵਿਧਾਨ ਦੇ ਵਿੱਚ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ ਦਿੱਤੇ ਗਏ ਹਨ। ਬੇਟਾ, ਤੁਹਾਨੂੰ ਮੈਂ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ ਕਰਾਈਆਂ ਸੀ, ਜਿਸ ਵਿੱਚ ਮੈਂ ਕਾਫੀ ਵਿਸ਼ੇਸ਼ਤਾਵਾਂ ਤੁਹਾਨੂੰ ਐਕਸਪਲੇਨ ਕੀਤੀਆਂ। ਉਹਦੇ ਵਿੱਚ ਇੱਕ ਮੌਲਿਕ ਅਧਿਕਾਰ ਦੀ ਵਿਸ਼ੇਸ਼ਤਾ ਵੀ ਸੀ,
ਮੌਲਿਕ ਕਰਤੱਵ ਦੀ ਵਿਸ਼ੇਸ਼ਤਾ ਵੀ ਸੀ। ਤੇ ਹੁਣ ਜਿਹੜੀ ਵਿਸ਼ੇਸ਼ਤਾ ਉਹ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ ਹੈ। ਲਾਸਟ ਵਿਸ਼ੇਸ਼ਤਾ, ਸਰ BN ਰਾਓ ਦੇ ਸੁਝਾਅ ਅਨੁਸਾਰ ਆਇਰਲੈਂਡ ਦੇ ਸੰਵਿਧਾਨ ਤੋਂ ਪ੍ਰੇਰਿਤ ਹੋ ਕੇ ਭਾਰਤੀ ਸੰਵਿਧਾਨ ਨਿਰਮਾਤਾਵਾਂ ਨੇ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ ਚੌਥੇ ਅਧਿਆਏ ਵਿੱਚ ਅੰਕਿਤ ਕੀਤੇ ਹਨ। ਹਾਂਜੀ ਬੇਟਾ, ਆਇਰਲੈਂਡ ਦਾ ਸੰਵਿਧਾਨ, ਆਇਰਲੈਂਡ ਇੱਕ ਦੇਸ਼ ਦਾ ਨਾਮ ਹੈ ਜਿਸ ਦੇ ਸੰਵਿਧਾਨ ਜਿਹੜਾ ਲਿਖਤੀ ਰੂਪ ਵਿੱਚ ਸੰਵਿਧਾਨ ਹੈ, ਤੇ ਆਇਰਲੈਂਡ ਦੇ ਸੰਵਿਧਾਨ ਤੋਂ ਪ੍ਰੇਰਿਤ ਹੋ ਕੇ ਹੀ ਭਾਰਤ ਦੇ ਸੰਵਿਧਾਨ ਦਾ ਨਿਰਮਾਣ ਹੋਇਆ, ਲਿਖਤੀ ਰੂਪ ਵਿੱਚ ਨਿਰਮਾਣ ਹੋਇਆ। ਠੀਕ ਹੈ, ਤੇ ਉਹ ਆਇਰਲੈਂਡ ਦੇ ਸੰਵਿਧਾਨ ਤੋਂ ਪ੍ਰੇਰਿਤ ਹੋ ਕੇ ਹੀ ਸਰ BN ਰਾਓ ਨੇ ਸੁਝਾਅ ਦਿੱਤਾ ਸੀ ਕਿ ਸਾਨੂੰ ਵੀ ਆਪਣੇ ਦੇਸ਼ ਨੂੰ ਚਲਾਉਣ ਲਈ ਕੁਝ ਨੀਤੀ ਤੇ ਨਿਰਦੇਸ਼ਕ ਸਿਧਾਂਤ ਅਪਣਾਉਣੇ ਚਾਹੀਦੇ ਹਨ ਤੇ ਸੰਵਿਧਾਨ ਦੇ ਵਿੱਚ ਲਿਖਣੇ ਚਾਹੀਦੇ ਹਨ। ਇਸ ਕਰਕੇ ਸਾਡੇ ਸੰਵਿਧਾਨ ਦੇ ਵਿੱਚ ਵੀ ਰਾਜ ਦੀ ਨੀਤੀ ਤੇ ਨਿਰਦੇਸ਼ਕ ਸਿਧਾਂਤ ਆਏ ਹਨ। ਬੇਟਾ, ਸਰ BN ਰਾਓ ਉਹ ਹਨ ਜਿਨ੍ਹਾਂ ਨੇ ਸਾਡੇ ਸੰਵਿਧਾਨ ਨੂੰ ਬਣਾਉਣ ਵਿੱਚ ਯੋਗਦਾਨ ਪਾਇਆ ਸੀ। ਠੀਕ ਹੈ, ਸਰ BN ਰਾਓ ਦਾ ਪੂਰਾ ਨਾਮ ਹੈ ਬੇਨੇਗਲ ਨਰਸਿੰਘ ਰਾਓ। ਮੈਂ ਇੱਕ ਵਾਰ ਫਿਰ ਦੁਹਰਾ ਦਿੰਦੀ ਹਾਂ, ਸਰ BN ਰਾਓ ਦਾ ਪੂਰਾ ਨਾਮ ਹੈ ਬੇਨੇਗਲ ਨਰਸਿੰਘ ਰਾਓ। ਉਹਨਾਂ ਨੇ ਸੰਵਿਧਾਨ ਨੂੰ ਬਣਾਉਣ ਦੇ ਵਿੱਚ ਆਪਣਾ ਹਿੱਸਾ ਪਾਇਆ ਸੀ ਤੇ ਆਇਰਲੈਂਡ ਦੇ ਸੰਵਿਧਾਨ ਤੋਂ ਪ੍ਰੇਰਿਤ ਹੋ ਕੇ ਹੀ ਉਹਨਾਂ ਨੇ ਸਾਡੇ ਸੰਵਿਧਾਨ ਦੇ ਵਿੱਚ ਰਾਜ ਦੀ ਨੀਤੀ ਤੇ ਨਿਰਦੇਸ਼ਕ ਸਿਧਾਂਤ ਵੀ ਸ਼ਾਮਿਲ ਕੀਤੇ। ਇਹਨਾਂ ਸਿਧਾਂਤਾਂ ਦੇ ਆਧਾਰ 'ਤੇ ਕੇਂਦਰ ਸਰਕਾਰ ਤੇ ਰਾਜ ਸਰਕਾਰਾਂ ਨੂੰ ਆਪਣੀ ਨੀਤੀਆਂ ਤੇ ਪ੍ਰੋਗਰਾਮ ਬਣਾਉਣ ਲਈ ਨਿਰਦੇਸ਼ ਦਿੱਤੇ ਗਏ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਸਾਡੇ ਦੇਸ਼ ਦੀ ਸਰਕਾਰ ਇੱਕ ਸੰਘਾਤਮਕ ਸਰਕਾਰ ਹੈ। ਸਭ ਤੋਂ ਉੱਤੇ ਕੇਂਦਰੀ ਸਰਕਾਰ ਹੁੰਦੀ ਹੈ ਤੇ ਉਸ ਤੋਂ ਬਾਅਦ ਕੇਂਦਰ ਸਰਕਾਰ ਤੋਂ ਬਾਅਦ ਰਾਜ ਸਰਕਾਰਾਂ ਹੁੰਦੀਆਂ ਹਨ। ਸ਼ਕਤੀਆਂ ਦੀ ਵੰਡ ਇਸ ਤਰ੍ਹਾਂ ਕੀਤੀ ਗਈ ਹੈ ਕਿ ਸਭ ਤੋਂ ਕੇਂਦਰੀ ਜਿਹੜੀ ਸ਼ਕਤੀ ਹੈ ਕੇਂਦਰੀ ਸਰਕਾਰ ਕੋਲ, ਤੇ ਉਸ ਤੋਂ ਬਾਅਦ ਸ਼ਕਤੀਆਂ ਦੀ ਵੰਡ ਕਰਕੇ ਰਾਜ ਸਰਕਾਰਾਂ ਦੇ ਕੋਲ ਸਾਰੀ ਸ਼ਕਤੀਆਂ ਦੀ ਵੰਡ ਕੀਤੀ ਗਈ ਹੈ। ਤੇ ਇਸੇ ਤਰ੍ਹਾਂ ਹੀ ਕੇਂਦਰ ਤੇ ਰਾਜ ਸਰਕਾਰਾਂ ਨੂੰ ਆਪਣੀ ਨੀਤੀਆਂ ਤੇ ਨਿਰਦੇਸ਼ ਦਿੱਤੇ ਗਏ ਹਨ। ਜੇਕਰ ਭਾਰਤ ਵਿੱਚ ਰਾਜਨੀਤਿਕ ਲੋਕਤੰਤਰ ਦੀ ਸਥਾਪਨਾ ਤੇ ਮੰਤਵ ਦੇ ਨਾਲ ਮੌਲਿਕ ਅਧਿਕਾਰ ਪ੍ਰਦਾਨ ਕੀਤੇ ਗਏ ਹਨ ਅਤੇ ਸਮਾਜਿਕ ਅਤੇ ਆਰਥਿਕ ਲੋਕਤੰਤਰ ਦੀ ਸਥਾਪਨਾ ਕਰਨ ਦੇ ਉਦੇਸ਼ ਨਾਲ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ ਸੰਵਿਧਾਨ ਵਿੱਚ ਦਰਜ ਕੀਤੇ ਗਏ ਹਨ। ਸੰਵਿਧਾਨ ਨਿਰਮਾਤਾ ਕਿਤੇ ਇੱਕ ਵਿਸ਼ੇਸ਼ ਵਿਚਾਰਧਾਰਾ ਨਾਲ ਬੱਝੇ ਹੋਏ ਨਹੀਂ ਸਨ। ਉਹਨਾਂ ਦੀ ਸੋਚ ਤੇ ਵਿਚਾਰ ਸਮਾਜਵਾਦੀ, ਉਦਾਰਵਾਦੀ ਅਤੇ ਗਾਂਧੀਵਾਦੀ ਵਿਚਾਰਧਾਰਾਵਾਂ ਤੋਂ ਪ੍ਰਭਾਵਿਤ ਸੀ। ਉਹਨਾਂ ਨੇ ਭਾਰਤ ਵਾਸੀਆਂ ਦੇ ਕਲਿਆਣ ਨੂੰ ਮੁੱਖ ਰੱਖਦੇ ਹੋਏ ਹਰ ਸੰਭਵ ਵਿਚਾਰਧਾਰਾ ਦਾ ਪ੍ਰਯੋਗ ਕੀਤਾ। ਦੇਖੋ ਬੇਟਾ, ਜਦੋਂ BN ਰਾਓ ਨੇ ਸੰਵਿਧਾਨ ਦੇ ਵਿੱਚ ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤ ਸ਼ਾਮਿਲ ਕੀਤੇ, ਉਦੋਂ ਸਾਡੇ ਦੇਸ਼ ਵਿੱਚ ਕਈ ਵਿਚਾਰਧਾਰਾ ਚੱਲ ਰਹੀ ਸੀ। ਮਤਲਬ ਕਈ ਲੋਕਾਂ ਦੇ ਸਮੂਹ ਇਸ ਤਰ੍ਹਾਂ ਸੀ, ਕੁਝ ਸਮੂਹ ਜਿਹੜੇ ਸੀ ਸਮਾਜਵਾਦੀ ਵਿਚਾਰਧਾਰਾ ਦੇ ਸੀ, ਮਤਲਬ ਉਹ ਸਮਾਜ ਦੇ ਕਲਿਆਣ ਨੂੰ ਜ਼ਿਆਦਾ ਮਹੱਤਵ ਦਿੰਦੇ ਸੀ ਕਿ ਸਮਾਜ ਦਾ ਜ਼ਿਆਦਾ ਤੋਂ ਜ਼ਿਆਦਾ ਕਲਿਆਣ ਹੋ ਸਕੇ। ਉਸ ਸਮੂਹ ਨੂੰ ਸਮਾਜਵਾਦੀ ਸਮੂਹ ਕਿਹਾ ਗਿਆ ਤੇ ਉਹਨਾਂ ਦੇ ਜਿਹੜੇ ਵਿਚਾਰ ਸੀ ਉਹ ਸਮਾਜਵਾਦੀ ਵਿਚਾਰ ਸੀ। ਕੁਝ ਲੋਕੀ ਜਿਹੜੇ ਸੀ ਉਹ ਰਾਸ਼ਟਰਪਿਤਾ ਮਹਾਤਮਾ ਗਾਂਧੀ ਤੋਂ ਜ਼ਿਆਦਾ ਪ੍ਰਭਾਵਿਤ ਸੀ ਤੇ ਉਹ ਮਹਾਤਮਾ ਗਾਂਧੀ ਦੇ ਵਿਚਾਰਾਂ ਤੋਂ ਜ਼ਿਆਦਾ ਪ੍ਰਭਾਵਿਤ ਸੀ ਤੇ ਉਹਨਾਂ ਦੇ ਵਿਚਾਰਾਂ ਨੂੰ ਗਾਂਧੀਵਾਦੀ ਵਿਚਾਰ ਕਿਹਾ ਗਿਆ। ਕੁਝ ਲੋਕੀ ਇਹੋ ਜਿਹੇ ਸੀ ਜਿਹੜੇ ਦੇਸ਼ ਨੂੰ ਜ਼ਿਆਦਾ ਵਿਕਸਿਤ ਕਰਨਾ ਚਾਹੁੰਦੇ ਸੀ। ਉਹਨਾਂ ਦਾ ਆਮ ਸਿਧਾਂਤ ਇਹੀ ਸੀ ਕਿ ਦੇਸ਼ ਦਾ ਵੱਧ ਤੋਂ ਵੱਧ ਵਿਕਾਸ ਹੋ ਸਕੇ। ਉਸ ਵਿਚਾਰ ਵਾਲੇ ਲੋਕਾਂ ਨੂੰ ਉਦਾਰਵਾਦੀ ਵਿਚਾਰਧਾਰਾ ਦੇ ਲੋਕੀ ਕਿਹਾ ਗਿਆ ਸੀ। ਤੇ ਉਸ ਟਾਈਮ 'ਤੇ ਜਿਸ ਵੇਲੇ ਆਪਣਾ ਸੰਵਿਧਾਨ ਬਣਿਆ ਸੀ, ਇਹ ਤਿੰਨ ਵਿਚਾਰਧਾਰਾਵਾਂ ਦੇ ਲੋਕੀ ਸੀਗੇ ਜਿਨ੍ਹਾਂ ਨੇ ਸੰਵਿਧਾਨ ਦਾ ਨਿਰਮਾਣ ਕੀਤਾ। ਇਸ ਕਰਕੇ ਰਾਜ ਦੇ ਨੀਤੀ ਤੇ ਨਿਰਦੇਸ਼ਕ ਸਿਧਾਂਤ ਜਿਹੜੇ ਸੀ ਤਿੰਨਾਂ ਵਿਚਾਰਧਾਰਾ ਤੋਂ ਪ੍ਰਭਾਵਿਤ ਹੋਏ ਤੇ ਤਿੰਨ ਤਰ੍ਹਾਂ ਦੀ ਵਿਚਾਰਧਾਰਾ ਦੇ ਵਿਚਾਰ ਜਿਹੜੇ ਸੀ ਸ਼ਾਮਿਲ ਕੀਤੇ ਗਏ। ਸਭ ਤੋਂ ਪਹਿਲਾਂ ਅਸੀਂ ਸਮਾਜਵਾਦੀ ਸਿਧਾਂਤ ਪੜ੍ਹਾਂਗੇ ਕਿ ਬਈ ਰਾਜ ਦੇ ਨਿਰਦੇਸ਼ਕ ਸਿਧਾਂਤ ਵਿੱਚ ਸਮਾਜਵਾਦੀ ਸਿਧਾਂਤ ਕੀ ਸੀ। ਸਮਾਜਵਾਦੀ ਸਿਧਾਂਤ ਵਿੱਚ ਰਾਜ ਨੂੰ ਆਦੇਸ਼ ਦਿੱਤਾ ਗਿਆ ਸੀ। ਸਮਾਜਵਾਦੀ ਸਿਧਾਂਤ ਬੇਟਾ ਇਹ ਵਾਲੀ ਸਮਾਜਵਾਦੀ ਸਿਧਾਂਤ ਨੂੰ ਰਾਜ ਨੂੰ ਆਦੇਸ਼ ਦਿੱਤਾ ਗਿਆ ਕਿ ਅਜਿਹੇ ਸਮਾਜ ਦੀ ਸਥਾਪਨਾ ਕੀਤੀ ਜਾਵੇ ਜਿਸ ਦਾ ਉਦੇਸ਼ ਜਨ ਤੱਕ ਭਲਾਈ ਹੋਵੇ ਅਤੇ ਕੌਮੀ ਜੀਵਨ ਦੇ ਹਰੇਕ ਖੇਤਰ ਵਿੱਚ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਨਿਆਂ ਮਿਲੇ। ਸਮਾਜ ਵਿੱਚ ਹਰੇਕ ਨਾਗਰਿਕ ਨੂੰ ਰੋਜ਼ੀ ਕਮਾਉਣ ਦਾ ਅਧਿਕਾਰ ਪ੍ਰਾਪਤ ਹੋਵੇ, ਮਤਲਬ ਰੋਜ਼ਗਾਰ ਸਭ ਨੂੰ ਮਿਲੇ। ਦੇਸ਼ ਦੇ ਭੌਤਿਕ ਸਾਧਨਾਂ ਦੀ ਵੰਡ ਅਜਿਹੀ ਹੋਵੇ ਜਿਸ ਨਾਲ ਵੱਧ ਤੋਂ ਵੱਧ ਜਨ ਕਲਿਆਣ ਹੋਵੇ। ਆਰਥਿਕ ਢਾਂਚਾ ਵੀ ਇਸ ਤਰ੍ਹਾਂ ਦਾ ਹੋਵੇ ਕਿ ਧਨ ਅਤੇ ਉਪਜ ਦੇ ਸਾਧਨ ਥੋੜ੍ਹੇ ਜਿਹੇ ਵਿਅਕਤੀਆਂ ਦੇ ਹੱਥਾਂ ਵਿੱਚ ਕੇਂਦਰਿਤ ਨਾ ਹੋਣ। ਇਸਤਰੀਆਂ ਤੇ
ਪੁਰਸ਼ਾਂ ਨੂੰ ਇੱਕੋ ਜਿਹੇ ਕੰਮ ਲਈ ਇੱਕੋ ਜਿਹੀ ਤਨਖਾਹ ਮਿਲੇ। ਇਹ ਸੀ ਸਾਰੀ ਜਿਹੜੇ ਵਿਚਾਰ ਸਮਾਜਵਾਦੀ ਸਿਧਾਂਤ ਜਿਹੜੇ ਇੱਕ ਰਾਜ ਨੂੰ ਆਪਣਾ ਸ਼ਾਸਨ ਚਲਾਉਣ ਲਈ ਕਿਹਾ ਗਿਆ। ਬਿਮਾਰੀ, ਬੇਕਾਰੀ, ਬੁਢਾਪਾ ਤੇ ਅੰਗਹੀਨ ਹੋਣ ਦੀ ਅਵਸਥਾ ਵਿੱਚ ਰਾਜ ਆਪਣੀ ਸ਼ਕਤੀ ਅਨੁਸਾਰ ਨਾਗਰਿਕਾਂ ਦੀ ਸਹਾਇਤਾ ਕਰੇ। ਰਾਜ ਹਰੇਕ ਸ਼੍ਰੇਣੀ ਦੇ ਮਜ਼ਦੂਰਾਂ ਲਈ ਚੰਗੀ ਤਨਖਾਹ, ਚੰਗਾ ਜੀਵਨ ਪੱਧਰ ਤੇ ਲੋੜੀਂਦੀਆਂ ਛੁੱਟੀਆਂ ਦਾ ਪ੍ਰਬੰਧ ਕਰੇ। 6 ਤੋਂ 14 ਸਾਲ ਦੇ ਬੱਚਿਆਂ ਲਈ ਲਾਜ਼ਮੀ ਤੇ ਮੁਫਤ ਵਿੱਦਿਆ ਦਾ ਪ੍ਰਬੰਧ ਕਰੇ। ਰਾਜ ਆਮਦਨ ਦੀਆਂ ਅਸਮਾਨਤਾਵਾਂ ਘੱਟ ਕਰਨ ਦਾ ਯਤਨ ਕਰੇ। ਬੇਟਾ ਇਹ ਜਿਹੜੇ ਸਾਰੇ ਵਿਚਾਰ ਸੀ ਇਹ ਸਮਾਜਵਾਦੀ ਸਿਧਾਂਤ ਸੀ। ਸਮਾਜਵਾਦੀ ਜਿਹੜੀ ਵਿਚਾਰਧਾਰਾ ਦੇ ਲੋਕ ਸੀ ਉਹਨਾਂ ਨੇ ਰਾਜ ਦੇ ਨਿਰਦੇਸ਼ਕ ਸਿਧਾਂਤ ਵਿੱਚ ਸਮਾਜਵਾਦੀ ਵਿਚਾਰ ਜਿਹੜੇ ਸ਼ਾਮਿਲ ਕੀਤੇ, ਜਿਸ ਦੇ ਵਿੱਚ ਸਮਾਜ ਨੂੰ ਗਾਂਹ ਵਧਾਉਣ ਦੇ ਹੀ ਯਤਨ ਕੀਤੇ ਗਏ। ਦੂਸਰੇ ਜਿਹੜੇ ਲੋਕੀ ਸੀਗੇ ਉਹ ਸੀ ਗਾਂਧੀਵਾਦੀ ਵਿਚਾਰਧਾਰਾ ਤੋਂ ਪ੍ਰਭਾਵਿਤ। ਸੰਵਿਧਾਨ ਨਿਰਮਾਤਾ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਆਦਰਸ਼ ਰਾਜ ਜਾਂ ਰਾਮ ਰਾਜ ਦੇ ਵਿਚਾਰਾਂ ਤੋਂ ਪ੍ਰਭਾਵਿਤ ਸਨ। ਗਾਂਧੀ ਜੀ ਨੇ ਜਿਸ ਨਵੇਂ ਸਮਾਜ ਦੀ ਸਥਾਪਨਾ ਕਰਨ ਦਾ ਸੁਪਨਾ ਲਿਆ ਸੀ ਉਸ ਦੀ ਸਾਨੂੰ ਇੱਕ ਛੋਟੀ ਝਲਕ ਹੇਠ ਲਿਖੇ ਸਿਧਾਂਤਾਂ ਵਿੱਚ ਮਿਲਦੀ ਹੈ। ਜਦੋਂ ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤ ਬਣਾਏ ਜਾਣ ਲੱਗੇ ਕਿ ਇੱਕ ਰਾਜ ਨੂੰ ਇਹਨਾਂ ਸਿਧਾਂਤਾਂ ਦੇ ਅਨੁਸਾਰ ਕੰਮ ਕਰਨਾ ਚਾਹੀਦਾ ਹੈ, ਉਦੋਂ 3 ਵਿਚਾਰਧਾਰਾ ਦੇ ਲੋਕੀ ਸ਼ਾਮਲ ਸੀ: ਸਮਾਜਵਾਦੀ, ਗਾਂਧੀਵਾਦੀ ਤੇ ਉਦਾਰਵਾਦੀ। ਸਮਾਜਵਾਦੀ ਨੇ ਆਪਣੇ ਉਹ ਸਿਧਾਂਤ ਦੇ ਤੇ ਜਿਸ ਦੇ ਅਨੁਸਾਰ ਉਹ ਪੂਰੇ ਦੇ ਪੂਰੇ ਸਮਾਜ ਨੂੰ ਵਿਕਸਿਤ ਕਰਨਾ ਚਾਹੁੰਦੇ ਸੀ। ਜਿਹੜੇ ਗਾਂਧੀਵਾਦੀ ਵਿਚਾਰਧਾਰਾ ਨਾਲ ਪ੍ਰਭਾਵਿਤ ਸਮੂਹ ਸੀ ਜਾਂ ਵਿਦਵਾਨ ਸੀ ਜਿਨ੍ਹਾਂ ਨੇ ਸੰਵਿਧਾਨ ਬਣਾਇਆ, ਉਹ ਚਾਹੁੰਦੇ ਸੀ ਕਿ ਜਿਸ ਤਰ੍ਹਾਂ ਮਹਾਤਮਾ ਗਾਂਧੀ ਨੇ ਰਾਮ ਰਾਜ ਦਾ ਸੁਪਨਾ ਵੇਖਿਆ ਸੀ, ਉਸੇ ਤਰ੍ਹਾਂ ਹੀ ਇੱਕ ਰਾਜ ਵਿੱਚ ਸ਼ਾਸਨ ਜਿਹੜਾ ਚਲਾਇਆ ਜਾਵੇ। ਜਿਵੇਂ ਕਿ ਰਾਜ ਨੂੰ ਪਿੰਡਾਂ ਦੇ ਵਿੱਚ ਪੰਚਾਇਤਾਂ ਸਥਾਪਿਤ ਕਰਕੇ ਉਹਨਾਂ ਨੂੰ ਅਜਿਹੀਆਂ ਸ਼ਕਤੀਆਂ ਦੇਣੀਆਂ ਚਾਹੀਦੀਆਂ ਹਨ ਜਿਸ ਨਾਲ ਇੱਕ ਸਵਰਾਜ ਦੀ ਇਕਾਈ ਦੇ ਰੂਪ ਵਿੱਚ ਕੰਮ ਕਰ ਸਕਣ। ਮਤਲਬ ਪਿੰਡ ਦਾ ਜਿਵੇਂ ਸ਼ਾਸਨ ਚਲਾਉਣ ਲਈ ਸਾਰੀ ਸ਼ਕਤੀਆਂ ਜਿਹੜੀਆਂ ਪੰਚਾਇਤ ਨੂੰ ਦੇ ਦਿੱਤੀਆਂ ਜਾਣ ਤਾਂ ਕਿ ਉਹ ਆਪਣੇ ਰੂਪ 'ਚ ਆਪਣੇ ਆਪ 'ਚ ਇੱਕ ਸੁਤੰਤਰ ਇਕਾਈ ਬਣ ਸਕੇ ਅਤੇ ਆਪਣੇ ਪਿੰਡ ਨੂੰ ਸਹੀ ਤਰੀਕੇ ਨਾਲ ਚਲਾ ਸਕੇ। ਰਾਜ ਪਿੰਡਾਂ ਵਿੱਚ ਨਿੱਜੀ ਸਹਿਕਾਰੀ ਘਰੇਲੂ ਉਦਯੋਗ ਨੂੰ ਉਤਸ਼ਾਹ ਦੇਵੇ ਕਿ ਘਰ ਘਰ 'ਚ ਛੋਟੇ ਛੋਟੇ ਉਦਯੋਗ ਹੋਣੇ ਚਾਹੀਦੇ ਹੈ ਤਾਂ ਕਿ ਪਿੰਡਾਂ ਦੇ ਵਿੱਚ ਘਰ ਘਰ ਛੋਟੇ ਛੋਟੇ ਉਦਯੋਗ ਹੋਣੇ ਚਾਹੀਦੇ ਹੈ ਤਾਂ ਕਿ ਛੋਟੇ ਅਤੇ ਲਘੂ ਉਦਯੋਗਾਂ ਨੂੰ ਵੀ ਉਤਸ਼ਾਹ ਮਿਲੇ। ਰਾਜ ਕਮਜ਼ੋਰ ਵਰਗਾਂ ਨੂੰ ਵਿਸ਼ੇਸ਼ ਕਰਕੇ ਅਨੁਸੂਚਿਤ ਜਾਤੀਆਂ, ਪਛੜੀਆਂ ਸ਼੍ਰੇਣੀਆਂ ਅਤੇ ਕਬੀਲਿਆਂ ਨੂੰ ਵਿੱਦਿਅਕ ਸਹੂਲਤਾਂ ਦੇਵੇ। ਕਿਸੇ ਨਾਲ ਵਿੱਦਿਅਕ ਸਹੂਲਤਾਂ ਪ੍ਰਦਾਨ ਕਰਨ 'ਤੇ ਵਿਤਕਰਾ ਨਾ ਕੀਤਾ ਜਾਵੇ। ਅਨੁਸੂਚਿਤ ਜਾਤੀਆਂ, ਪਛੜੀਆਂ ਸ਼੍ਰੇਣੀਆਂ, ਕਬੀਲਿਆਂ ਨੂੰ ਸਮਾਜਿਕ ਅਨਿਆਂ ਅਤੇ ਹੋਰ ਪ੍ਰਕਾਰ ਦੀ ਲੁੱਟ ਖਸੁੱਟ ਤੋਂ ਬਚਾਵੇ। ਰਾਜ ਸ਼ਰਾਬ ਅਤੇ ਹੋਰ ਨਸ਼ੀਲੀਆਂ ਵਸਤਾਂ ਉੱਤੇ ਜੋ ਸਿਹਤ ਲਈ ਹਾਨੀਕਾਰਕ ਹਨ 'ਤੇ ਪਾਬੰਦੀ ਲਗਾਉਣ ਦਾ ਯਤਨ ਕਰੇ। ਇਹ ਸਾਰੇ ਉਹ ਸਿਧਾਂਤ ਹਨ ਜੋ ਮਹਾਤਮਾ ਗਾਂਧੀ ਜੀ ਦੇ ਵਿਚਾਰਾਂ ਨਾਲ ਪ੍ਰਭਾਵਿਤ ਸਨ। ਇਹਨਾਂ ਵਿਚਾਰਾਂ ਨੂੰ ਵੀ ਰਾਜ ਦੇ ਰਾਜਨੀਤਿਕ ਨਿਰਦੇਸ਼ਕ ਸਿਧਾਂਤਾਂ ਦੇ ਵਿੱਚ ਸ਼ਾਮਿਲ ਕੀਤਾ ਗਿਆ ਕਿ ਰਾਜ ਜਿਹੜਾ ਆਪਣੇ ਸ਼ਾਸਨ ਨੂੰ ਚਲਾਉਣ ਵਿੱਚ ਇਹਨਾਂ ਨੂੰ ਵੀ ਵਰਤੋਂ 'ਚ ਲਿਆ ਸਕਦੇ ਹਨ। ਉਸ ਤੋਂ ਬਾਅਦ ਉਦਾਰਵਾਦੀ ਸਿਧਾਂਤ ਆ ਗਏ, ਨਿਰਦੇਸ਼ਕ ਸਿਧਾਂਤ ਜਿਸ ਦੀ ਪਾਲਣਾ ਕਰਨ ਲਈ ਇੱਕ ਰਾਜ ਨੂੰ ਕਿਹਾ ਗਿਆ। ਜਿਵੇਂ ਕਿ ਰਾਜ ਨੂੰ ਨਿਰਦੇਸ਼ ਦਿੱਤਾ ਗਿਆ ਕਿ ਸਮੁੱਚੇ ਭਾਰਤ ਵਿੱਚ ਸਮਾਨ ਅਸੈਨਿਕ ਵਿਹਾਰ ਨਿਯਮ ਲਾਗੂ ਕਰਨ ਦਾ ਯਤਨ ਕਰੇ। ਰਾਜ ਨਿਆਂਪਾਲਿਕਾ ਅਤੇ ਕਾਰਜਪਾਲਿਕਾ ਨੂੰ ਵੱਖ ਕਰਨ ਲਈ ਯੋਗ ਕਾਰਵਾਈ ਕਰੇ। ਨਿਆਂਪਾਲਿਕਾ ਵੱਖ ਹੁੰਦੀ ਹੈ ਅਤੇ ਕਾਰਜਪਾਲਿਕਾ ਵੱਖ ਹੁੰਦੀ ਹੈ ਅਤੇ ਇਸ ਨੂੰ ਹਮੇਸ਼ਾ ਵੱਖ ਹੀ ਰੱਖਿਆ ਜਾਵੇ, ਕਦੀ ਇੱਕ ਨਾ ਹੋਵੇ। ਕਾਰਜਪਾਲਿਕਾ ਹੁੰਦੀ ਹੈ ਜਿਹੜੀ ਕਾਨੂੰਨਾਂ ਨੂੰ ਲਾਗੂ ਕਰਦੀ ਹੈ ਦੇਸ਼ ਦੇ ਵਿੱਚ, ਅਤੇ ਨਿਆਂਪਾਲਿਕਾ ਉਹ ਹੁੰਦੀ ਹੈ ਜਿਹੜੇ ਕਾਨੂੰਨ ਤੋੜਨ ਵਾਲਿਆਂ ਨੂੰ ਸਜ਼ਾ ਦਿੰਦੀ ਹੈ ਅਤੇ ਜਿਹੜੇ ਹੁੰਦੇ ਨੇ ਨਿਰਦੋਸ਼ ਲੋਕੀ ਉਹਨਾਂ ਨੂੰ ਨਿਆਂ ਦਿੰਦੀ ਹੈ। ਇਸ ਕਰਕੇ ਨਿਆਂਪਾਲਿਕਾ ਅਤੇ ਕਾਰਜਪਾਲਿਕਾ ਨੂੰ ਕਦੇ ਇੱਕ ਨਾ ਹੋਣ ਦਿੱਤਾ ਜਾਵੇ ਅਤੇ ਵੱਖ ਕਰਨ ਲਈ ਹੀ ਯੋਗ ਕਾਰਵਾਈ ਕੀਤੀ ਜਾਵੇ। ਰਾਜ ਆਧੁਨਿਕ ਵਿਗਿਆਨਿਕ ਆਧਾਰ 'ਤੇ ਖੇਤੀਬਾੜੀ ਦਾ ਪ੍ਰਬੰਧ ਕਰੇ। ਮਤਲਬ ਖੇਤੀਬਾੜੀ ਦੇ ਤਰੀਕਿਆਂ ਨੂੰ ਆਧੁਨਿਕਤਾ ਲਿਆਵੇ, ਵਿਗਿਆਨਿਕ ਤਰੀਕੇ ਨਾਲ ਖੇਤੀਬਾੜੀ ਕੀਤੀ ਜਾਵੇ, ਉੱਨਤ ਬੀਜਾਂ ਦਾ ਪ੍ਰਯੋਗ ਕੀਤਾ ਜਾਵੇ, ਵਧੀਆ ਮਿੱਟੀ ਦਾ ਪ੍ਰਯੋਗ ਕੀਤਾ ਜਾਵੇ, ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵਧਾਇਆ ਜਾਵੇ ਅਤੇ ਵਧੀਆ ਤਰੀਕੇ ਨਾਲ ਵਿਗਿਆਨਿਕ ਮਸ਼ੀਨਾਂ ਦੀ ਵਰਤੋਂ ਕੀਤੀ ਜਾਵੇ ਅਤੇ ਖੇਤੀਬਾੜੀ ਨੂੰ ਆਧੁਨਿਕ ਰੂਪ ਦਿੱਤਾ ਜਾਵੇ। ਰਾਜ ਪਸ਼ੂ ਪਾਲਣ ਵਿੱਚ ਸੁਧਾਰ ਅਤੇ ਪਸ਼ੂਆਂ ਦੀ ਨਸਲ ਦਾ ਸੁਧਾਰ ਕਰੇ। ਪਸ਼ੂਆਂ ਦੀ ਨਸਲ ਸੁਧਾਰਨ 'ਚ ਵੀ ਰਾਜ ਜਿਹੜਾ ਕਾਫੀ ਸੁਧਾਰ ਕਰੇ। ਰਾਜ ਗਊਆਂ, ਵੱਛੀਆਂ, ਦੁੱਧ ਦੇਣ ਵਾਲੇ ਪਸ਼ੂਆਂ ਦੀ ਨਸਲ ਸੁਧਾਰਨ ਦਾ ਯਤਨ ਕਰੇ। ਰਾਜ ਵਾਤਾਵਰਣ ਦੀ ਰੱਖਿਆ ਅਤੇ ਸੁਧਾਰ ਲਈ ਦੇਸ਼ ਦੇ ਜੰਗਲੀ ਜੀਵਨ ਦੀ ਰੱਖਿਆ ਲਈ ਯਤਨ ਕਰੇ। ਦੇਸ਼ ਵਿੱਚ ਸਥਿਤ ਇਤਿਹਾਸਕ ਅਤੇ ਕਲਾਤਮਕ ਰੁਚੀ ਦੇ ਸਥਾਨਾਂ ਜਾਂ ਵਸਤੂਆਂ ਨੂੰ ਨਸ਼ਟ ਹੋਣ ਤੋਂ ਬਚਾਇਆ ਜਾਵੇ। ਜੋ ਦੇਸ਼ ਦੀ ਵਿਰਾਸਤ ਹੈ, ਜੋ ਦੇਸ਼ ਦੇ
ਇਤਿਹਾਸਿਕ ਸਰੋਤ ਹਨ, ਉਹਨਾਂ ਸਭ ਦੀ ਰੱਖਿਆ ਕਰਨਾ ਵੀ ਇੱਕ ਰਾਜ ਦਾ ਧਰਮ ਹੈ। ਇਹ ਸੀ ਸਾਡੇ ਉਦਾਰਵਾਦੀ ਆਮ ਸਿਧਾਂਤ ਜਿਹੜੇ ਰਾਜ ਦੇ ਨਿਰਦੇਸ਼ਕ ਸਿਧਾਂਤਾਂ ਵਿੱਚ ਸ਼ਾਮਿਲ ਹਨ। ਮੈਂ ਇੱਕ ਵਾਰੀ ਫੇਰ ਸਮਝਾਦਾ, ਰਾਜ ਦੇ ਨੀਤੀ ਅਤੇ ਨਿਰਦੇਸ਼ਕ ਸਿਧਾਂਤ ਜਿਹੜੇ ਨੇ ਉਹ ਸੰਵਿਧਾਨ ਦੇ ਵਿੱਚ ਸ਼ਾਮਿਲ ਕੀਤੇ ਗਏ 42ਵੇਂ ਸੰਸ਼ੋਧਨ ਦੁਆਰਾ। 42ਵੀਂ ਸੋਧ ਜਦੋਂ ਸੰਵਿਧਾਨ ਦੇ ਵਿੱਚ ਕੀਤੀ ਗਈ, ਇਹ BN ਰਾਓ ਦੁਆਰਾ ਸ਼ਾਮਿਲ ਕੀਤੀ ਗਈ, ਜਿਸ ਵਿੱਚ 3 ਤਰ੍ਹਾਂ ਦੀ ਵਿਚਾਰਧਾਰਾ ਸ਼ਾਮਿਲ ਕੀਤੀ ਗਈ, ਕਿਉਂਕਿ ਉਸ ਸਮੇਂ ਵਿੱਚ ਜਿਨ੍ਹਾਂ ਦੁਆਰਾ ਸੰਵਿਧਾਨ ਬਣਾਇਆ ਗਿਆ ਸੀ ਉਹ 3 ਵਿਚਾਰਧਾਰਾ ਨਾਲ ਪ੍ਰਭਾਵਿਤ ਸੀ। ਉਹ ਸਾਰੇ ਲੋਕੀ ਜਿਹੜੇ ਕਿ ਸਮਾਜਵਾਦੀ ਧਾਰਾ ਨਾਲ ਪ੍ਰਭਾਵਿਤ ਸੀ, ਗਾਂਧੀਵਾਦੀ ਵਿਚਾਰਧਾਰਾ ਨਾਲ ਪ੍ਰਭਾਵਿਤ ਸੀ ਅਤੇ ਉਦਾਰਵਾਦੀ ਵਿਚਾਰਧਾਰਾ ਨਾਲ ਪ੍ਰਭਾਵਿਤ ਸੀ। ਇਸ ਕਰਕੇ ਤਿੰਨੋਂ ਵਿਚਾਰਧਾਰਾਵਾਂ ਦੇ ਨਿਰਦੇਸ਼ਕ ਸਿਧਾਂਤ ਇਸ ਵਿੱਚ ਸ਼ਾਮਿਲ ਕੀਤੇ ਗਏ ਅਤੇ ਇੱਕ ਰਾਜ ਨੂੰ ਨਿਰਦੇਸ਼ ਕੀਤੇ ਗਏ ਕਿ ਆਪਣੇ ਰਾਜ ਦਾ ਸ਼ਾਸਨ ਜਿਹੜਾ ਇਹਨਾਂ ਨਿਰਦੇਸ਼ਕ ਸਿਧਾਂਤਾਂ ਦੇ ਅਨੁਸਾਰ ਚਲਾਵੇ। ਹੁਣ ਕੁਐਸਚਨ ਹੈ ਕਿ ਮੌਲਿਕ ਅਧਿਕਾਰ ਅਤੇ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ ਸਮਾਨ ਹਨ ਜਾਂ ਨਹੀਂ। ਜੇ ਨਹੀਂ ਸਮਾਨ ਹਨ ਤਾਂ ਉਹਨਾਂ ਵਿੱਚ ਅੰਤਰ ਕੀ ਹੈ। ਬੇਟਾ ਮੌਲਿਕ ਅਧਿਕਾਰ ਤੇ ਸਾਨੂੰ ਦਿੱਤੇ ਗਏ ਹਨ ਆਮ ਨਾਗਰਿਕ ਨੂੰ, ਠੀਕ ਹੈ, ਅਤੇ ਰਾਜ ਦੀ ਨੀਤੀ ਅਤੇ ਨਿਰਦੇਸ਼ਕ ਸਿਧਾਂਤ ਰਾਜ ਦੀ ਵਿਵਸਥਾ ਚਲਾਉਣ ਵਾਲਿਆਂ ਨੂੰ ਦਿੱਤੇ ਗਏ ਹਨ, ਠੀਕ ਹੈ। ਆਓ ਇਹਨਾਂ ਦਾ ਅੰਤਰ ਕਰੀਏ। ਸੰਵਿਧਾਨ ਦੇ 3 ਅਤੇ 4 ਅਧਿਆਵਾਂ ਵਿੱਚ ਨਾਗਰਿਕ ਦੇ ਮਹੱਤਵਪੂਰਨ ਅਧਿਕਾਰ ਅਤੇ ਕਰਤੱਵ ਅੰਕਿਤ ਕੀਤੇ ਗਏ ਹਨ। ਇਹਨਾਂ ਦੋਹਾਂ ਵਿੱਚ ਕੁਝ ਮੂਲ ਅੰਤਰ ਹਨ। ਨੰਬਰ 1, ਮੌਲਿਕ ਅਧਿਕਾਰ ਨਿਆਂਯੋਗ ਹਨ। ਜਿਵੇਂ ਸਾਨੂੰ ਸੰਵਿਧਾਨ ਵਿੱਚ ਮੌਲਿਕ ਅਧਿਕਾਰ ਮਿਲੇ ਹਨ ਕਿ ਸਾਨੂੰ ਸਮਾਨਤਾ ਦਾ ਅਧਿਕਾਰ ਹੈ, ਸ਼ੋਸ਼ਣ ਦੇ ਵਿਰੁੱਧ ਅਧਿਕਾਰ ਹੈ, ਆਜ਼ਾਦੀ ਦਾ ਅਧਿਕਾਰ ਹੈ, ਧਾਰਮਿਕ ਸੁਤੰਤਰਤਾ ਦਾ ਅਧਿਕਾਰ ਹੈ, ਠੀਕ ਹੈ। ਇਹ ਸਾਰੇ ਅਧਿਕਾਰ ਜੇ ਸਾਡੇ ਕੋਲੋਂ ਖੋਹਦਾ ਹੈ ਅਤੇ ਅਸੀਂ ਕਾਨੂੰਨ ਦਾ ਦਰਵਾਜ਼ਾ ਖੜਕਾ ਕੇ ਆਪਣੇ ਜਿਹੜੇ ਅਧਿਕਾਰ ਹੈ ਵਾਪਸ ਲੈ ਸਕਦੇ ਹਾਂ। ਲੇਕਿਨ ਜਿਹੜੇ ਨਿਰਦੇਸ਼ਕ ਸਿਧਾਂਤ ਹਨ ਉਹ ਨਿਆਂਯੋਗ ਨਹੀਂ ਹੈ, ਭਾਵ ਕਿ ਮੌਲਿਕ ਅਧਿਕਾਰਾਂ ਦੀ ਤਰ੍ਹਾਂ ਸਰਕਾਰ ਨੂੰ ਨਿਰਦੇਸ਼ਕ ਸਿਧਾਂਤਾਂ ਦੀ ਪਾਲਣਾ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ। ਉਦਾਹਰਨ ਲਈ, ਜੇਕਰ ਕੋਈ ਨਾਗਰਿਕ ਬੇਕਾਰ ਹੈ ਤਾਂ ਉਹ ਰਾਜ ਨੂੰ ਨਿਰਦੇਸ਼ਕ ਸਿਧਾਂਤਾਂ ਦੀ ਪਾਲਣਾ ਅਧੀਨ ਕੰਮ ਕਰਨ ਲਈ ਅਦਾਲਤ ਦੁਆਰਾ ਮਜਬੂਰ ਨਹੀਂ ਕਰ ਸਕਦਾ, ਜਦ ਕਿ ਸਰਕਾਰ ਨੂੰ ਅਦਾਲਤਾਂ ਦੇ ਮੌਲਿਕ ਅਧਿਕਾਰ ਸੰਬੰਧੀ ਨਿਰਦੇਸ਼ ਜਾਂ ਹੁਕਮ ਮੰਨਣੇ ਪੈਂਦੇ ਹਨ। ਨੰਬਰ 2, ਮੌਲਿਕ ਅਧਿਕਾਰ ਨਿਖੇਧਾਤਮਕ ਹਨ ਅਤੇ ਨਿਰਦੇਸ਼ਕ ਸਿਧਾਂਤ ਨਿਸ਼ਚਾਤਮਕ ਸਰੂਪ ਦੇ ਹਨ। ਨਿਖੇਧਾਤਮਕ ਦਾ ਭਾਵ ਹੈ ਕਿ ਰਾਜ ਦੀਆਂ ਸ਼ਕਤੀਆਂ 'ਤੇ ਪਾਬੰਦੀ ਲਗਾਉਂਦੇ ਹਨ। ਮੌਲਿਕ ਅਧਿਕਾਰ ਸਾਨੂੰ ਦਿੱਤੇ ਗਏ ਨੇ ਸੰਵਿਧਾਨ ਦੁਆਰਾ, ਅਸੀਂ ਉਹਨਾਂ ਅਧਿਕਾਰਾਂ ਦੀ ਵਰਤੋਂ ਕਰਦੇ ਹਾਂ। ਜਦੋਂ ਅਸੀਂ ਉਹਨਾਂ ਦੀ ਅਧਿਕਾਰਾਂ ਦੀ ਵਰਤੋਂ ਕਰਦੇ ਹਾਂ ਅਤੇ ਇੱਕ ਰਾਜ ਦੀ ਸ਼ਕਤੀ ਆਪਣੇ ਆਪ ਘੱਟ ਜਾਂਦੀ ਹੈ। ਮੰਨ ਲਓ ਜੇ ਅਸੀਂ ਆਪਣੇ ਧਰਮ ਦੇ ਨਾਲ ਸੰਬੰਧਿਤ ਜਾਂ ਆਪਣੀ ਭਾਸ਼ਾ ਨਾਲ ਸੰਬੰਧਿਤ ਕੋਈ ਵਿਦਿਅਕ ਇੰਸਟੀਚਿਊਟ ਜਾਂ ਵਿਦਿਅਕ ਸੰਸਥਾ ਚਲਾਉਣਾ ਸ਼ੁਰੂ ਕਰਦੇ ਹਾਂ ਅਤੇ ਸਾਨੂੰ ਕੋਈ ਵੀ ਰਾਜ ਜਿਹੜਾ ਉਹ ਰੋਕ ਨਹੀਂ ਸਕਦਾ, ਠੀਕ ਹੈ, ਅਤੇ ਉਸਦੀ ਸ਼ਕਤੀਆਂ 'ਤੇ ਪਾਬੰਦੀ ਲੱਗ ਜਾਂਦੀ ਹੈ। ਅਤੇ ਨਿਸ਼ਚਾਤਮਕ ਦਾ ਭਾਵ ਹੈ ਕਿ ਕੋਈ ਨਿਸ਼ਚਿਤ ਕੰਮ ਕਰਨ ਦੀ ਪ੍ਰੇਰਨਾ ਦਿੰਦੇ ਹਨ। ਨਿਰਦੇਸ਼ਕ ਸਿਧਾਂਤ, ਮੈਂ ਫਿਰ ਦੁਹਰਾ ਦਿੰਦੀ ਹਾਂ, ਮੌਲਿਕ ਸਿਧਾਂਤ ਅਸੀਂ ਨਿਆਂਯੋਗ ਹਨ। ਮੌਲਿਕ ਅਧਿਕਾਰ ਨਿਆਂਯੋਗ ਹਨ। ਮੌਲਿਕ ਅਧਿਕਾਰ ਜਦੋਂ ਸਾਨੂੰ ਨਹੀਂ ਮਿਲਦੇ ਅਸੀਂ ਨਿਆਂ ਲੈ ਸਕਦੇ ਹਾਂ, ਕਾਨੂੰਨ ਦਾ ਦਰਵਾਜ਼ਾ ਖਟਖਟਾ ਕੇ ਅਸੀਂ ਵਾਪਸ ਲੈ ਸਕਦੇ ਹਾਂ ਉਸਨੂੰ, ਠੀਕ ਹੈ। ਪਰ ਨਿਰਦੇਸ਼ਕ ਸਿਧਾਂਤ ਨਿਆਂਯੋਗ ਨਹੀਂ ਹੁੰਦੇ। ਮੌਲਿਕ ਅਧਿਕਾਰ ਨਿਖੇਧਾਤਮਕ ਹੁੰਦੇ ਹਨ ਅਤੇ ਨਿਰਦੇਸ਼ਕ ਸਿਧਾਂਤ ਸਿਰਫ ਨਿਸ਼ਚਾਤਮਕ ਹੈ, ਉਹ ਸਿਰਫ ਇੱਕ ਆਮ ਸਿਧਾਂਤ ਹੈ। ਕੁਝ ਨਿਰਦੇਸ਼ਕ ਸਿਧਾਂਤ ਮੌਲਿਕ ਅਧਿਕਾਰਾਂ ਤੋਂ ਸ੍ਰੇਸ਼ਟ ਹਨ ਕਿਉਂਕਿ ਉਹ ਵਿਅਕਤੀ ਦੀ ਥਾਂ ਸਮੁੱਚੇ ਸਮਾਜ ਦੇ ਸਰਬੱਤ ਦੇ ਭਲੇ ਲਈ ਹਨ। ਮੌਲਿਕ ਅਧਿਕਾਰ ਇੱਕ ਨਾਗਰਿਕ ਦੇ ਨਾਲ ਸੰਬੰਧਿਤ ਹੈ, ਇਕੱਲੇ ਨਾਗਰਿਕ ਨਾਲ ਸੰਬੰਧਿਤ ਹੈ, ਜਦ ਕਿ ਜਿਹੜੇ ਨਿਰਦੇਸ਼ਕ ਸਿਧਾਂਤ ਹੈ ਉਹ ਪੂਰੇ ਦੇ ਪੂਰੇ ਸਮਾਜ ਨਾਲ ਸੰਬੰਧਿਤ ਹੈ। ਨੰਬਰ 4, ਜੋ ਮੌਲਿਕ ਅਧਿਕਾਰਾਂ ਦਾ ਮੰਤਵ ਭਾਰਤ ਵਿੱਚ ਰਾਜਨੀਤਿਕ ਲੋਕਤੰਤਰ ਦੀ ਸਥਾਪਨਾ ਕਰਨਾ ਹੈ। ਮੌਲਿਕ ਅਧਿਕਾਰ ਲੋਕਤੰਤਰ ਦੀ ਸਥਾਪਨਾ ਕਰਦਾ ਹੈ ਕਿਉਂਕਿ ਸਾਡੇ ਦੇਸ਼ 'ਚ ਲੋਕਤੰਤਰੀ ਸਰਕਾਰ ਚੱਲਦੀ ਹੈ, ਲੋਕਾਂ ਦੁਆਰਾ ਲੋਕਾਂ ਲਈ ਅਤੇ ਲੋਕਾਂ ਦੇ ਵਿੱਚੋਂ ਸਰਕਾਰ ਬਣਾਈ ਜਾਂਦੀ ਹੈ। ਇਸ ਕਰਕੇ ਮੌਲਿਕ ਅਧਿਕਾਰ ਹਰ ਇੱਕ ਲੋਕ ਨਾਲ ਸੰਬੰਧਿਤ ਹੈ, ਲੋਕਤੰਤਰ ਦੀ ਸਥਾਪਨਾ ਕਰਦਾ ਹੈ, ਜਦ ਕਿ ਨਿਰਦੇਸ਼ਕ ਸਿਧਾਂਤਾਂ ਦਾ ਨਿਸ਼ਾਨਾ ਸਮਾਜਿਕ ਅਤੇ ਆਰਥਿਕ ਲੋਕਤੰਤਰ ਦੀ ਸਥਾਪਨਾ ਕਰਨਾ ਹੈ। ਸਾਡੇ ਵਿਚਾਰ ਅਨੁਸਾਰ ਇਹਨਾਂ ਦੋਹਾਂ ਦੇ ਮਿਲਾਪ ਦੇ ਨਾਲ ਹੀ ਭਾਰਤ ਵਿੱਚ ਸੱਚੇ ਲੋਕਤੰਤਰ ਦੀ ਸਥਾਪਨਾ ਕੀਤੀ ਜਾ ਸਕਦੀ ਹੈ। ਅਤੇ ਬੇਟਾ ਇਹ ਸੀ ਸਾਡਾ ਭਾਰਤੀ ਸੰਵਿਧਾਨ। ਅਸੀਂ ਭਾਰਤੀ ਸੰਵਿਧਾਨਾਂ ਦੀ 10 ਵਿਸ਼ੇਸ਼ਤਾਵਾਂ ਪੜ੍ਹੀਆਂ। ਸਾਰੀ ਵਿਸ਼ੇਸ਼ਤਾਵਾਂ ਦੇ ਵਿੱਚ ਲਾਸਟ ਵਿੱਚ ਅਸੀਂ ਪੜ੍ਹਿਆ ਹੈ ਜਿਹੜੀਆਂ 3 ਵਿਸ਼ੇਸ਼ਤਾਵਾਂ ਮੇਨ ਪੜ੍ਹੀਆਂ ਉਹ ਹੈ
ਮੌਲਿਕ ਅਧਿਕਾਰ, ਮੌਲਿਕ ਕਰਤੱਵ ਅਤੇ ਰਾਜਨੀਤਿਕ ਸਿਧਾਂਤ, ਇਹ ਤਿੰਨ ਵੀ ਭਾਰਤੀ ਸੰਵਿਧਾਨ ਦੀ ਵਿਸ਼ੇਸ਼ਤਾਵਾਂ ਹੀ ਹਨ। ਇਸ ਸਮੁੱਚੇ ਪਾਠ ਦੇ ਵਿੱਚ ਸੰਵਿਧਾਨ ਦੇ ਬਾਰੇ ਅਸੀਂ ਪੜ੍ਹਿਆ, ਸੰਵਿਧਾਨ ਦੀ ਪ੍ਰਸਤਾਵਨਾ ਦੇ, ਸੰਵਿਧਾਨ ਦੀ ਵਿਸ਼ੇਸ਼ਤਾਵਾਂ ਦੇ ਬਾਰੇ ਪੜ੍ਹਿਆ। ਸੰਵਿਧਾਨ ਦੀ ਵਿਸ਼ੇਸ਼ਤਾਵਾਂ ਦੇ ਵਿੱਚ ਅਸੀਂ ਪੜ੍ਹਿਆ ਕਿ ਸਾਡਾ ਸੰਵਿਧਾਨ ਜਿਹੜਾ ਹੈ ਬਹੁਤ ਜ਼ਿਆਦਾ ਵੱਡਾ ਹੈ, ਲਚਕੀਲਾ ਹੈ, ਕਠੋਰ ਹੈ, ਇੱਥੇ ਸੰਸਦੀ ਸਰਕਾਰ ਹੈ, ਬਾਲਗ ਮਤ ਅਧਿਕਾਰ ਹੈ, ਪ੍ਰਭੂਸੱਤਾ ਜਨਤਾ ਦੇ ਪਾਸ ਹੈ ਅਤੇ ਹਰ ਨਾਗਰਿਕ ਨੂੰ ਮੌਲਿਕ ਅਧਿਕਾਰ ਪ੍ਰਾਪਤ ਹੈ। ਉਸ ਦੇ ਨਾਲ ਨਾਲ ਹਰ ਨਾਗਰਿਕ ਦੇ ਮੌਲਿਕ ਕਰਤੱਵ ਹੈ ਅਤੇ ਨਾਲ ਦੇ ਨਾਲ ਹੀ ਰਾਜ ਨੂੰ ਕੁਝ ਨੀਤੀ ਅਤੇ ਨਿਰਦੇਸ਼ਕ ਸਿਧਾਂਤ ਵੀ ਦਿੱਤੇ ਗਏ ਹਨ। ਅਤੇ ਇਹ ਸੀ ਸਾਡਾ ਭਾਰਤੀ ਸੰਵਿਧਾਨ। ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਜਿਹੜਾ ਲੈਸਨ ਹੈ ਪੂਰੀ ਤਰ੍ਹਾਂ ਕਲੀਅਰ ਹੋ ਚੁੱਕਾ ਹੋਏਗਾ ਅਤੇ ਤੁਸੀਂ ਆਪਣੇ NTSC ਦੇ ਐਗਜ਼ਾਮ ਦੀ ਤਿਆਰੀ ਵਧੀਆ ਤਰੀਕੇ ਨਾਲ ਇਸ ਲੈਕਚਰ ਦੇ ਦੁਆਰਾ ਕਰ ਸਕੋਗੇ। ਧੰਨਵਾਦ।